ਪੁਕਾਰ ਟੀਵੀ ਦੇ ਦਰਸ਼ਕੋ, ਅੱਜ ਅਸੀਂ ਅਫਗਾਨਿਸਤਾਨ ਦੇ ਵਿਚਲੀ ਜਿਹੜੀ ਸਮੱਸਿਆ ਹੈ ਉਸ ਸਮੱਸਿਆ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਜਾ ਰਹੇ ਹਾਂ ਤੇ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਸਾਡੇ ਇਸ ਵਿਸ਼ੇ ਤੇ ਸਾਡੇ ਨਾਲ ਗੱਲ ਕਰਨ ਲਈ ਜੁੜ ਰਹੇ ਨੇ ਉੱਘੇ ਲੇਖਕ ਡਾਕਟਰ ਦਲਵਿੰਦਰ ਸਿੰਘ ਗਰੇਵਾਲ ਜੀ। ਡਾਕਟਰ ਦਲਵਿੰਦਰ ਸਿੰਘ ਗਰੇਵਾਲ ਜਿੱਥੇ ਇੰਡੀਅਨ ਆਰਮੀ ਦੇ ਵਿੱਚੋਂ ਕੌਲਨਰ ਰਿਟਾਇਰਡ ਨੇ, ਉੱਥੇ ਉਹਨਾਂ ਨੇ ਸਾਡੇ ਇਸ ਭਾਰਤ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਵਿੱਚ ਬਤੌਰ ਪ੍ਰਿੰਸੀਪਲ, ਬਤੌਰ ਡੀਨ, ਬਤੌਰ ਐਡਵਾਈਜ਼ਰ ਪਤਾ ਨਹੀਂ ਕਿੰਨੀਆਂ ਕੁ ਉਹਨਾਂ ਨੇ ਸੇਵਾਵਾਂ ਦਿੱਤੀਆਂ ਨੇ ਤੇ ਅੱਜ ਵੀ ਉਹ ਸੇਵਾਵਾਂ ਦੇ ਰਹੇ ਨੇ ਤੇ ਉਹਨਾਂ ਨੇ ਸੈਂਕੜੇ ਜਿਹੜੀਆਂ ਕਿਤਾਬਾਂ ਨੇ ਉਹ ਸਾਡੇ ਸਮਾਜ ਦੀ ਝੋਲੀ ਵਿੱਚ ਪਾਈਆਂ ਨੇ। ਉਚੇਚੇ ਤੌਰ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ 550 ਸਾਲਾ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਦੇ ਕੋਲੋਂ ਜਿਹੜੀਆਂ ਬਹੁਤ ਸਾਰੀਆਂ ਕਿਤਾਬਾਂ ਦੀ ਸੇਵਾ ਲਈ ਹੈ, ਜਿਹੜੀਆਂ ਦੇਸ਼ ਵਿਦੇਸ਼ ਵਿੱਚ ਗਈਆਂ। ਸੋ ਡਾਕਟਰ ਸਾਹਿਬ ਦਾ ਬੜਾ ਵੱਡਾ ਇੱਕ ਖੇਤਰ ਹੈ, ਖਾਸ ਕਰਕੇ ਉਹਨਾਂ ਨੇ ਜਿੱਥੇ ਜਿੱਥੇ ਗੁਰੂ ਸਾਹਿਬਾਨ ਗਏ ਨੇ ਉਹ ਸਾਰੇ ਖੇਤਰਾਂ ਦੇ ਵਿੱਚ ਵੀ ਆਪਣੀ ਜਿਹੜੀ ਹੈ ਯਾਤਰਾ ਕੀਤੀ ਹੈ। ਸੋ ਸਾਡੇ ਲਈ ਅੱਜ ਇੱਕ ਸੁਭਾਗ ਹੈ ਕਿ ਡਾਕਟਰ ਦਲਵਿੰਦਰ ਸਿੰਘ ਜੀ ਗਰੇਵਾਲ ਉਹ ਜੁੜ ਰਹੇ ਨੇ ਤੇ ਅਸੀਂ ਜਿਹੜਾ ਅਫਗਾਨਿਸਤਾਨ ਦਾ ਜਿਹੜਾ ਮਸਲਾ ਹੈ ਉਹਨੂੰ ਸਾਂਝਾ ਕਰਨ ਜਾ ਰਹੇ ਹਾਂ। ਡਾਕਟਰ ਦਲਵਿੰਦਰ ਸਿੰਘ ਗਰੇਵਾਲ ਜੀ, ਇਸ ਤੋਂ ਪਹਿਲਾਂ ਗੱਲਬਾਤ ਦੀ ਸ਼ੁਰੂਆਤ ਕਰੀਏ ਪੁਕਾਰ ਟੀਵੀ ਵੱਲੋਂ, ਤੇ ਪੁਕਾਰ ਟੀਵੀ ਦੀ ਇੱਕ ਬੜੀ ਚਿੰਤਕਾਂ ਦੀ ਵੱਡੀ ਟੀਮ ਹੈ, ਉਸ ਟੀਮ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਜੀ। ਥੈਂਕ ਯੂ ਜੀ, ਸ਼ੁਕਰੀਆ। ਡਾਕਟਰ ਸਾਹਿਬ, ਤਾਲਿਬਾਨ ਦਾ ਅਫਗਾਨਿਸਤਾਨ ਵਿੱਚ ਕਬਜ਼ਾ ਹੋਣ ਕਾਰਨ ਉੱਥੇ ਘੱਟ ਗਿਣਤੀਆਂ ਵਿੱਚ ਬੜੀ ਵੱਡੀ ਦਹਿਸ਼ਤ ਹੈ। ਉਸ ਦਹਿਸ਼ਤ ਤੋਂ ਬਾਅਦ ਉੱਥੋਂ ਦੇ ਵੱਖ-ਵੱਖ ਹਾਲਾਤ ਨੇ ਜਿਨ੍ਹਾਂ ਨੂੰ ਤੁਸੀਂ ਬਾਖੂਬੀ ਲਿਖ ਰਹੇ ਹੋ ਤੇ ਬੋਲ ਰਹੇ ਹੋ, ਤੇ ਸਾਡਾ ਬਹੁਤ ਵੱਡਾ ਤੇ ਜਿਹੜਾ ਮਕਸਦ ਹੈ ਅੱਜ ਦੀ ਇਸ ਵਿਚਾਰ ਚਰਚਾ ਦਾ ਉਹ ਹੈ ਉੱਥੋਂ ਦੇ ਗੁਰਦੁਆਰਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੇਵਾ ਸੰਭਾਲ ਦਾ ਮੁੱਦਾ। ਪਰ ਤੁਸੀਂ ਇਸ ਮਸਲੇ ਨੂੰ ਬਹੁਤ ਵੱਡੇ ਪ੍ਰਪੇਖ ਸਮਝਦੇ ਹੋ ਤੇ ਦੇਖਦੇ ਹੋ, ਇਹ ਤੁਹਾਡੀ ਖੁੱਲ੍ਹ ਹੋਏਗੀ ਕਿ ਤੁਸੀਂ ਇਸ ਵਿਸ਼ੇ ਨੂੰ ਕਿਵੇਂ ਸਾਡੇ ਨਾਲ ਸਾਂਝਾ ਕਰਦੇ ਹੋ। ਲੇਕਿਨ ਆਪਾਂ ਗੱਲ ਦੀ ਇੱਥੋਂ ਜ਼ਰੂਰ ਸ਼ੁਰੂਆਤ ਕਰਾਂਗੇ ਕਿ ਜਿਹੜਾ ਘੱਟ ਗਿਣਤੀਆਂ ਦੇ ਵਿੱਚ ਉੱਥੇ ਦਹਿਸ਼ਤ ਹੈ, ਇਹ ਕਿੰਨੀ ਕੁ ਯੋਗ ਹੈ ਜਾਂ ਇੱਕ ਇਹ ਖੌਫ ਹੈ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਅਸੀਂ ਘੱਟ ਗਿਣਤੀ ਦਾ ਖੌਫ ਕੀ ਹੈ ਇਹਦਾ ਪਿਛੋਕੜ ਜਾਣਨਾ ਜ਼ਰੂਰੀ ਹੈ ਜੀ। ਤਾਲਿਬਾਨ ਪਾਕਿਸਤਾਨ ਵੱਲੋਂ ਟ੍ਰੇਨਡ ਕੀਤੇ ਉਹ ਬੰਦੇ ਨੇ ਜਿਨ੍ਹਾਂ ਦਾ ਸੁੰਨੀ ਧਰਮ ਦੇ ਨਾਲ ਮੁੱਖ ਤੌਰ ਦੇ ਉੱਤੇ ਸੰਬੰਧ ਰਿਹਾ ਹੈ। ਉਹ ਆਪਣਾ ਜੋ ਵੀ ਨਿਜ਼ਾਮ ਹੈ ਉਹ ਆਪਣੇ ਧਰਮ ਮੁਤਾਬਕ ਹੀ ਚਲਾਉਣਾ ਚਾਹੁੰਦੇ ਨੇ, ਇੱਥੋਂ ਤੱਕ ਕਿ ਸ਼ੀਆ ਨੂੰ ਵੀ ਬਰਦਾਸ਼ਤ ਨਹੀਂ ਕਰਦੇ। ਹਿੰਦੂ ਜਾਂ ਸਿੱਖ ਜਾਂ ਹੋਰ ਘੱਟ ਗਿਣਤੀ ਦਾ ਉਹਨਾਂ ਦੇ ਉੱਕਾ ਹੀ ਹੱਕ ਦੇ ਵਿੱਚ ਨਹੀਂ ਹੈ, ਕਿਉਂਕਿ ਉਹ ਕਿਸੇ ਨੂੰ ਜਰਦੇ ਤੱਕ ਨਹੀਂ ਹਨ। ਪਰ ਅਗਰ ਜੇ ਜਰਦੇ ਵੀ ਹਨ ਤਾਂ ਦੁਨੀਆ ਦੇ ਪ੍ਰੈਸ਼ਰ ਕਰਕੇ ਹੀ ਜਰਦੇ ਹਨ, ਨਹੀਂ ਤਾਂ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਦੇਸ਼ ਦੇ ਵਿੱਚ ਸੁੰਨੀ ਤੋਂ ਬਿਨਾ ਕੋਈ ਹੋਰ ਹੋਵੇ। ਦੇਖ ਲਓ ਹੁਣ ਜਦੋਂ ਬਾਕੀ ਸਾਰਾ ਅਫਗਾਨਿਸਤਾਨ ਚੁੱਪ ਕਰਕੇ ਉਹਨਾਂ ਦੀ ਗੋਦੀ 'ਚ ਬੈਠ ਗਿਆ ਹੈ, ਲੇਕਿਨ ਜੋ ਸ਼ੀਆ ਸੀ, 5 ਸ਼ੀਰ ਵਾਲੇ, ਉਹਨਾਂ ਦੇ ਅਗੇਂਸਟ ਖੜੇ ਹੋ ਗਏ ਨੇ ਇਸ ਵੇਲੇ, ਤੇ ਮੈਨੂੰ ਲੱਗਦਾ ਹੈ ਕਿ ਛੇਤੀ ਵੱਡੀ ਲੜਾਈ ਉੱਥੇ ਹੋਏਗੀ। ਤਾਂ ਉਹ ਘੱਟ ਗਿਣਤੀ ਦੇ ਵਿੱਚ ਸਾਡੇ ਸਿੱਖਾਂ ਲਈ ਜਾਂ ਹਿੰਦੂਆਂ ਲਈ ਇਹ ਇੱਕ ਬਹੁਤ ਹੀ ਵੱਡਾ ਖਤਰਾ ਹੈ, ਕਿਉਂ ਪਹਿਲਾਂ ਵੀ ਜਦ ਇਹਨਾਂ ਨੇ ਰਾਜ ਕੀਤਾ ਸੀ ਤਾਂ ਉਦੋਂ ਵੀ ਸਾਡੇ ਸਿੱਖਾਂ ਦੇ ਉੱਤੇ ਪਾਕਿਸਤਾਨ ਦੀ ਮਦਦ ਦੇ ਨਾਲ ਹਮਲਾ ਵੀ ਹੋਇਆ ਸੀ ਔਰ ਕਾਫੀ ਸਿੱਖ ਜਲਾਲਾਬਾਦ ਵੀ ਮਾਰੇ ਗਏ ਸੀ ਤੇ ਕਾਬਲ ਦੇ ਵਿੱਚ ਵੀ। ਹੁਣ ਖਾਸ ਕਰਕੇ ਸਿੱਖਾਂ ਦੇ ਜੋ ਗੁਰਦੁਆਰੇ ਨੇ ਉਹ ਸਨ ਕਾਬਲ, ਕੰਧਾਰ, ਗਜ਼ਨੀ, ਮਜ਼ਾਰੇ ਸ਼ਰੀਫ, ਇੱਥੇ ਸੁਲਤਾਨਪੁਰ, ਜਲਾਲਾਬਾਦ। ਇਹਨਾਂ ਥਾਵਾਂ ਦੇ ਉੱਤੇ ਜੋ ਗੁਰਦੁਆਰੇ ਸਨ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਨ ਔਰ ਸਿੱਖਾਂ ਦਾ ਇੱਕ ਆਪਣਾ ਦਬਦਬਾ ਸੀ। ਹੋਰ ਤਾਂ ਹੋਰ ਸਿੱਖਾਂ ਦਾ ਮੈਂਬਰ ਪਾਰਲੀਮੈਂਟ ਵੀ ਉਹਨਾਂ ਦੀ ਸਰਕਾਰ ਦੇ ਵਿੱਚ ਸੀ। ਜਦ ਤਾਲਿਬਾਨ ਤੋਂ ਬਾਅਦ ਚ ਆਏ ਨੇ, ਤਾਲਿਬਾਨ ਨੇ ਤਾਂ ਆਂਦੇ ਹੀ ਉਹ ਦਹਿਸ਼ਤ ਫੈਲਾ ਦਿੱਤੀ
ਕਿ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਸਾਰੇ ਸਿੱਖ ਆ ਕੇ ਕਾਬਲ ਦੇ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ ਦੇ ਵਿੱਚ ਆ ਗਏ। ਤਕਰੀਬਨ 250 ਦੇ ਕਰੀਬ ਜੋ ਸਿੱਖ ਸੀਗੇ ਉੱਥੋਂ ਦੇ, ਉਹ ਸਾਰੇ ਇੱਕੋ ਗੁਰਦੁਆਰਾ ਸਾਹਿਬ ਦੇ ਵਿੱਚ ਆ ਗਏ ਸੀ। ਹੋਰ ਤਾਂ ਹੋਰ ਹਿੰਦੂ ਵੀ ਉਹਨਾਂ ਦੀ ਸ਼ਰਨ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਟਿਕੇ। ਕਾਬਲ ਤੋਂ ਗਜ਼ਨੀ ਤੇ ਕੰਧਾਰ ਤੋਂ ਤਾਂ ਪਹਿਲਾਂ ਆ ਗਏ ਸਨ, ਮਜ਼ਾਰੇ ਸ਼ਰੀਫ ਤੋਂ ਵੀ ਆ ਗਏ ਸਨ। ਜਲਾਲਾਬਾਦ ਦੇ ਅੱਡ ਰਹੇ ਨੇ, ਜਲਾਲਾਬਾਦ ਨਹੀਂ ਸੀ ਸ਼ਿਫਟ ਹੋਇਆ, ਤੇ ਜਲਾਲਾਬਾਦ ਦੇ ਹੁਣ ਉੱਤੇ ਫਸੇ ਹੋਏ ਨੇ। ਤੇ ਇੱਧਰ ਕਾਬਲ ਦੇ ਵਿੱਚ ਜਿਹੜੇ ਹੈਗੇ ਸਿੱਖ, ਉਹ ਕੋਸ਼ਿਸ਼ ਕਰ ਰਹੇ ਹਨ ਕਿ ਜਿੰਨੀ ਜਲਦੀ ਹੋ ਸਕੇ ਉਹ ਭਾਰਤ ਆ ਸਕਣ, ਕਿਉਂਕਿ ਉਹਨਾਂ ਨੂੰ ਆਪਣਾ ਭਵਿੱਖ ਉੱਥੇ ਸਿਫਰ ਲੱਗਦਾ ਹੈ। ਭਵਿੱਖ ਕੀ, ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਹੋਇਆ ਹੋਇਆ, ਕਿਉਂਕਿ ਇਹਨਾਂ ਨੇ ਕੀ ਇਹ ਗੋਲੀ ਚਲਾ ਦੇਣੀ ਹੈ, ਕਿਸੇ ਨੂੰ ਪੁੱਛਣਾ ਤਾਂ ਹੈ ਨਹੀਂ ਹੈ। ਤੇ ਇਹ ਇਹਨਾਂ ਦਾ ਆਪਣਾ ਨਿਜ਼ਾਮ ਇਹੋ ਜਿਹਾ ਹੈ ਕਿ ਜੋ ਇਹਨਾਂ ਨੇ ਕਹਿਤਾ ਉਹੀ ਫਾਈਨਲ ਹੈ, ਤੇ ਉੱਥੇ ਹੀ ਜੱਜਮੈਂਟ ਇਹਨਾਂ ਦਾ ਗੋਲੀ ਦਾ ਹੈ। ਹੁਣ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਇਹਨਾਂ ਨੇ ਘਰ ਘਰ ਜਾ ਕੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਜਿੱਦਣ 15 ਅਗਸਤ ਵਾਲੇ ਦਿਨ ਇਹ ਆਏ ਕਾਬਲ ਦੇ ਵਿੱਚ, ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਇਹਨੇ ਦਰਵਾਜ਼ੇ ਖੜਕਾਏ ਜਾ ਕੇ। ਸਿੱਖਾਂ ਨੇ ਦਰਵਾਜ਼ਾ ਨਹੀਂ ਖੋਲਿਆ, ਦੂਜੀ ਵਾਰੀ ਫਿਰ ਆਏ, ਫਿਰ ਉਹਨੇ ਜਕਾਰੇ ਗਜਾਏ ਤੇ ਫਿਰ ਉਹ ਚਲੇ ਗਏ। ਤਾਂ ਫਿਰ ਉਹਨਾਂ ਨੇ ਕਿਹਾ ਠੀਕ ਹੈ, ਤੁਸੀਂ ਏਦਾਂ ਕਰੋ, ਇੱਥੇ ਝੰਡਾ ਲਹਿਰਾ ਦਿਓ, ਸਫੈਦ ਝੰਡਾ ਜੋ ਸਾਡਾ ਹੈ। ਖੈਰ ਸਿੱਖਾਂ ਨੇ, ਜਿਹਦੇ ਵਿੱਚ ਆ ਕੇ ਮੁਸਲਮਾਨ ਆਪਣੇ ਹਿੰਦੂ ਵੀ ਆ ਕੇ ਸ਼ਾਮਲ ਹੋ ਗਏ ਸਨ, ਫਿਰ ਉਹਨਾਂ ਨੇ ਉੱਥੇ ਝੰਡਾ ਲਹਿਰਾ ਦਿੱਤਾ। ਲੇਕਿਨ ਉਹਨਾਂ ਦੇ ਵਿੱਚੋਂ ਜਦ ਕੱਲ 150 ਬੰਦੇ ਫਲਾਈਟ ਲੈਣ ਜਾ ਰਹੇ ਸਨ, ਖਾਸ ਕਰਕੇ ਅਮਰੀਕਾ ਦੀ ਮਦਦ ਦੇ ਨਾਲ, ਔਰ ਭਾਰਤ ਦੀ ਫਲਾਈਟ ਉੱਥੇ ਗਈ ਹੋਈ ਸੀ, ਉਹਨਾਂ ਨੂੰ ਉੱਥੋਂ ਹਾਈਜੈਕ ਕਰ ਲਿਆ। ਇੱਕ ਜੋ ਬਚ ਕੇ ਭੱਜ ਗਿਆ ਸੀ, ਉਸਨੇ ਖਿੜਕੀ ਚੋਂ ਛਾਲ ਮਾਰ ਦਿੱਤੀ ਸੀ। ਉਹਨੇ ਦੱਸਿਆ ਕਿ ਇਹਨਾਂ ਨੂੰ ਬਹੁਤ ਕੁੱਟਿਆ। ਜੋ ਬਹੁਤ ਬੁਰੀ ਤਰ੍ਹਾਂ ਕੀਤੀ। ਹੋਰ ਕੀ ਕੀਤਾ ਉਹਨਾਂ ਨੇ, ਆ ਕੇ ਇੱਥੇ ਹਾਲ ਦੱਸਿਆ ਕਿ ਸਾਨੂੰ ਬਹੁਤ ਹੀ ਉਹਨਾਂ ਨੇ ਤਸੀਹੇ 'ਚ ਰੱਖਿਆ, ਲੇਕਿਨ ਬਾਅਦ ਦੇ ਵਿੱਚ ਹਵਾਈ ਅੱਡੇ ਤੇ ਪਹੁੰਚਾ ਦਿੱਤਾ ਤੇ ਉਹ ਅੱਜ ਫਲਾਈਟ ਤੇ ਵਾਪਸ ਇੰਡੀਆ ਆ ਗਏ ਨੇ। ਹੁਣ ਇਹਨਾਂ ਦੇ ਅਗੇਂਸਟ ਵੀ ਲੋਕ ਉੱਠ ਖੜੇ ਹੋਏ ਨੇ, ਕਿਉਂ ਲੋਕ ਜੋ ਜਿੰਨੀਆਂ ਵੀ ਔਰਤਾਂ ਨੇ ਨਾ, ਉਹਨਾਂ ਦੇ ਉੱਤੇ ਤਾਂ ਬਹੁਤ ਜ਼ਿਆਦਾ ਤਸ਼ੱਦਦ ਹੋ ਰਿਹਾ ਹੈ। ਕਿਉਂਕਿ ਜੋ ਪਹਿਲੇ ਸਾਲਾਂ ਦੇ ਵਿੱਚ, 20 ਸਾਲਾਂ ਦੇ ਵਿੱਚ ਜਦੋਂ ਇਹਨਾਂ ਦਾ ਰਾਜ ਨਹੀਂ ਸੀ, ਤਾਂ ਭਾਰਤ ਨੇ ਵੀ ਇਹਨਾਂ ਦੀ ਮਦਦ ਪੜ੍ਹਾਈ ਵਧਾਉਣ 'ਚ ਬਹੁਤ ਕੀਤੀ ਸੀ, ਤੇ ਹੋਰ ਜਿਵੇਂ ਪਾਰਲੀਮੈਂਟ ਵੀ ਬਣਵਾਈ ਤਾਂ ਕਿ ਇਹ ਲੋਕ ਅਧਿਕਾਰ ਜੋ ਹੈ ਉੱਥੇ ਹੋਣ। ਲੇਕਿਨ ਇਹਨਾਂ ਨੇ ਆਉਂਦੇ ਸਾਰੇ ਲੋਕ ਅਧਿਕਾਰ ਖਤਮ ਕਰ ਦਿੱਤੇ। ਖਾਸ ਕਰਕੇ ਇਸਤਰੀ ਵਿਦਿਆ ਤਾਂ ਉਹ ਕਈ ਅਨਾਉਂਸ ਹੀ ਕਰ ਦਿੱਤੀ ਕਿ ਇਹ ਇੱਕ ਤਾਂ ਜੋ ਕੋ ਐਜੂਕੇਸ਼ਨ ਸਕੂਲ ਨੇ ਜਾਂ ਕਾਲਜ ਨੇ ਉਹ ਨਹੀਂ ਹੋਣਗੇ, ਔਰ ਦੂਜਿਆਂ ਔਰਤਾਂ ਨੂੰ ਜਿੱਥੇ ਵੀ ਜਾਣਾ ਹੈ ਇੱਕ ਮਰਦ ਦੇ ਨਾਲ ਜਾਣਾ ਹੋਏਗਾ, ਔਰ ਜੋ ਜਿੱਥੇ ਵੀ ਜਾਣਾ ਹੈ ਬਿਨਾਂ ਬੁਰਕੇ ਦੇ ਨਹੀਂ ਜਾਣਾ ਹੈ। ਕਿਉਂਕਿ ਭਾਰਤੀ ਔਰਤਾਂ ਖਾਸ ਕਰਕੇ ਤਾਂ ਬੁਰਕਾ ਨਹੀਂ ਪਾਉਂਦੀਆਂ। ਸੋ ਇਹ ਵੀ ਅਗਰ ਬਾਹਰ ਨਿਕਲਣਗੀਆਂ ਤਾਂ ਇਹਨਾਂ ਨੂੰ ਵੀ ਖਤਰਾ ਹੋਏਗਾ, ਔਰ ਇਸ ਲਈ ਇਹ ਜੋ ਜਿੰਨੇ ਵੀ ਸਿੱਖ ਜਾਂ ਹਿੰਦੂ ਉੱਥੇ ਹੈ ਨੇ, ਉਹ ਨਹੀਂ ਚਾਹੁੰਦੇ ਕਿ ਉੱਥੇ ਰੁਕਣ, ਕਿਉਂਕਿ ਹੋ ਸਕਦਾ ਹੈ ਕਿ ਬਾਅਦ ਦੇ ਵਿੱਚ ਧਰਮ ਪਰਿਵਰਤਨ ਦੇ ਵਿੱਚ ਉਹਨਾਂ ਤੇ ਪ੍ਰੈਸ਼ਰ ਪਾਇਆ ਜਾਵੇ। ਤੁਸੀਂ ਜਾਣਦੇ ਹੀ ਹੋ ਪਾਕਿਸਤਾਨ ਦੇ ਵਿੱਚ ਸਿੱਖ ਰਹਿ ਤਾਂ ਰਹੇ ਨੇ, ਪਰ ਉਹਨਾਂ ਤੇ ਵੀ ਜੋ ਹੈ ਤਸ਼ੱਦਦ ਹੈ। ਉਹਨਾਂ ਦੇ ਦੇਖੋ ਆਪਣੇ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਬੇਟੀ ਸੀ, ਤੇ ਉਧਰ ਆਪਣਾ ਸੱਚਾ ਦੂਜੇ ਦਾ ਪੰਜਾ ਸਾਹਿਬ ਦੀ ਬੇਟੀ ਸੀ। ਉਹਨਾਂ ਨੂੰ ਜ਼ਿਆਦਾ ਮੁਸਲਮਾਨ ਬਣਾ ਕੇ ਆਪਣੇ ਧਰਮ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਬੜੀ ਮੁਸ਼ਕਲ ਦੇ ਨਾਲ ਸਿੱਖ ਇੱਥੋਂ ਦੇ ਸਿੱਖਾਂ ਨੇ ਉੱਥੇ ਜ਼ੋਰ ਪਾ ਕੇ ਉਹਨਾਂ ਨੂੰ ਵਾਪਸ ਲਿਆਂਦਾ। ਤੇ ਲੇਕਿਨ ਇੱਥੋਂ ਤਾਂ ਪਾਕਿਸਤਾਨ ਤੋਂ ਅਸੀਂ ਕਰ ਸਕੇ, ਲੇਕਿਨ ਅਫਗਾਨਿਸਤਾਨ ਤਾਂ ਇਹੋ ਜਿਹੀ ਕੋਈ ਵੀ ਹਾਲਤ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਉਹ ਸਾਰੀਆਂ ਬਹੂ ਬੇਟੀਆਂ ਨੂੰ ਉਸਨੇ ਤਾਂ ਅਨਾਉਂਸ ਹੀ ਕਰਤਾ ਕਿ ਜੋ 15 ਸਾਲ ਜਾਂ 30 ਸਾਲ ਤੋਂ ਛੋਟੀਆਂ, 40 ਸਾਲ ਤੋਂ ਛੋਟੀਆਂ ਨੇ, ਉਹ ਸਾਰੀਆਂ ਨੂੰ ਸਾਡੀ ਲਿਸਟ ਦਿਓ ਤਾਂ ਕਿ ਅਸੀਂ ਉਹਨਾਂ ਨਾਲ ਵਿਆਹ ਕਰ ਲਈਏ। ਇਹਦਾ ਮਤਲਬ ਉਹਨਾਂ ਲਈ ਸਿੱਖ ਵੀ ਹੋਣਗੀਆਂ ਜਾਂ ਹਿੰਦੂ ਵੀ ਹੋਣਗੀਆਂ, ਉਹਨਾਂ ਲਈ ਕੋਈ ਤਰਸ ਨਹੀਂ ਹੈ। ਸਾਰਿਆਂ ਨੂੰ ਉਹ ਆਪਣੀਆਂ ਵੋਟੀਆਂ ਬਣਾਉਣਗੇ
ਤਾਂ ਇਸ ਕਰਕੇ ਕਈ ਲੋਕ ਉੱਥੋਂ ਅਫਗਾਨੀ ਵੀ ਭੱਜੇ ਆ ਰਹੇ ਨੇ, ਕੁਝ ਅਮਰੀਕਾ ਜਾ ਰਹੇ ਨੇ, ਕੁਝ ਦੂਜੇ ਦੇਸ਼ਾਂ 'ਚ ਜਾ ਰਹੇ ਨੇ, ਕੁਝ ਭਾਰਤ ਵਿੱਚ ਹੀ ਆ ਗਏ ਨੇ। ਜਦ ਉੱਥੋਂ ਦੇ ਆਪਣੇ ਵਾਸੀਆਂ ਨੂੰ ਬਹੁਤ ਕਸ਼ਟ ਹੈ ਤਾਂ ਭਾਰਤੀ ਖਾਸ ਕਰਕੇ ਸਿੱਖਾਂ ਨੂੰ ਤਾਂ ਹੈ ਹੀ, ਤਾਂ ਸਿੱਖਾਂ ਨੂੰ ਦੂਜਾ ਫਿਕਰ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਉਹ ਇੱਥੋਂ ਤੱਕ ਕਿ ਹੁਣ 3 ਬੀੜਾਂ ਵੀ ਨਾਲ ਲੈ ਕੇ ਆ ਗਏ ਨੇ, ਲੇਕਿਨ ਕਰਤੇ ਪ੍ਰਵਾਨ ਦੇ ਵਿੱਚ ਤੇ ਹੋਰ 2 ਗੁਰਦੁਆਰਿਆਂ ਵਿੱਚ ਉਹਨਾਂ ਨੇ ਬੀੜਾਂ ਰੱਖੀਆਂ ਨੇ ਤਾਂ ਕਿ ਇਹ ਗੁਰਦੁਆਰਾ ਸਾਹਿਬ ਨੂੰ ਕੁਝ ਹੋਵੇ ਨਾ, ਤਾਂ ਕਿ ਪਾਠ ਹੁੰਦਾ ਰਹੇ। ਅਗਰ ਇੱਥੋਂ ਸਹੁੰ ਖਾਲੀ ਹੈ ਕੋਈ 7-8 ਸਿੱਖਾਂ ਨੇ ਕਿ ਅਸੀਂ ਗੁਰਦੁਆਰਾ ਖਾਲੀ ਨਹੀਂ ਕਰਾਂਗੇ ਚਾਹੇ ਸਾਡੀ ਜਾਨ ਵੀ ਚਲੀ ਜਾਵੇ, ਕਿਉਂਕਿ ਗੁਰਦੁਆਰੇ ਦੀ ਸੁਰੱਖਿਆ ਵੀ ਇੱਕ ਬਹੁਤ ਮਹੱਤਵਪੂਰਨ ਹੈ। ਜੇ ਉੱਥੋਂ ਗੁਰਦੁਆਰਾ ਸਾਹਿਬ ਛੱਡ ਕੇ ਆ ਗਏ ਤਾਂ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦਾ ਖੁਰਾ ਖੋਜ ਕੋਈ ਖਤਮ ਹੋ ਜਾਏਗਾ। ਇਸੇ ਤਰ੍ਹਾਂ ਜਲਾਲਾਬਾਦ ਦੇ ਵਿੱਚ ਵੀ ਹੈ, ਗਜਨੀ ਕੰਧਾਰ ਦੇ ਵਿੱਚ ਤਾਂ ਹੁਣ ਉੱਥੇ ਗੁਰਦੁਆਰਾ ਸਾਹਿਬ ਨਹੀਂ ਹੈ, ਖਾਲੀ ਨਹੀਂ, ਤੇ ਇਸੇ ਤਰ੍ਹਾਂ ਹੀ ਮਜ਼ਾਰ ਸ਼ਰੀਫ ਦੇ ਵਿੱਚ ਵੀ ਖਾਲੀ ਨੇ, ਤੇ ਕੁਝ ਘੜੂਕਾ ਜਾਂ ਦੂਜੇ ਛੋਟੇ ਛੋਟੇ ਗੁਰਦੁਆਰੇ ਸੀਗੇ ਉਹ ਪਹਿਲਾਂ ਹੀ ਖਾਲੀ ਕਰ ਦਿੱਤੇ ਗਏ ਸੀਗੇ। ਤੇ ਲੇਕਿਨ ਗੁਰੂ ਨਾਨਕ ਦੇਵ ਜੀ ਉੱਥੇ ਤਕਰੀਬਨ 22 ਥਾਵਾਂ ਤੇ ਗਏ ਹੋਏ ਨੇ ਜਿੱਥੇ ਉਹਨਾਂ ਦੇ ਸਥਾਨ ਜੀ ਸਥਾਨ ਨੇ ਉਹਨਾਂ ਦੇ, ਤੇ ਉਹ ਜਦ ਉਹਦਾ ਸਾਰਾ ਰਿਕਾਰਡ ਹੈ ਸਾਡੇ ਕੋਲ ਪਹਿਲਾਂ ਦਾ, ਔਰ ਉਹਨਾਂ ਨੂੰ ਦੁਬਾਰਾ ਲੈਣਾ ਤਾਂ ਹੀ ਪੋਸੀਬਲ ਹੋਏਗਾ ਜਦੋਂ ਇਹ ਤਾਲਿਬਾਨ ਜਾਣਗੇ ਜਾਂ ਖਤਮ ਹੋਣਗੇ। ਭਾਈ ਸਿੱਖਾਂ ਦੀ ਭਲਾਈ ਇਸੇ ਲਈ ਹੈ ਕਿ ਇਹਨਾਂ ਨੂੰ ਜੋ ਹੈ ਕਿਸੇ ਨਾ ਕਿਸੇ ਤਰ੍ਹਾਂ ਰਫਾ ਦਫਾ ਕਰੇ। ਇਹ ਵੀ ਤੁਹਾਨੂੰ ਇਹ ਵੀ ਯਾਦ ਕਰ ਲੈਣਾ ਚਾਹੀਦਾ ਕਿ ਸਿੱਖਾਂ ਨੂੰ ਇੱਕੋ ਕੌਮ ਹੈ ਸਿੱਖਾਂ ਦੀ ਜਿਨ੍ਹਾਂ ਨੇ ਅਫਗਾਨੀਆਂ ਨੂੰ ਹਰਾਇਆ ਹੈ, ਨਾ ਕਿਸੇ ਤੋਂ ਹਰੇ ਨੇ। ਰੂਸ ਨੇ ਜ਼ੋਰ ਲਾ ਲਿਆ, ਅਮਰੀਕਾ ਨੇ ਜ਼ੋਰ ਲਾ ਲਿਆ, ਸਭ ਨੇ ਜ਼ੋਰ ਲਾ ਲਿਆ, ਲੇਕਿਨ ਭਾਰਤ ਦੇ ਹਰੀ ਸਿੰਘ ਨਲੂਆ ਵਰਗਿਆਂ ਨੇ ਇਹਨਾਂ ਦੇ ਉਹ ਛੱਕੇ ਛੁਡਾਏ ਹੋਏ ਸੀਗੇ, ਔਰ ਉੱਥੋਂ ਦਾ ਬਾਦਸ਼ਾਹ ਵੀ ਖੁਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕੈਦ ਦੇ ਵਿੱਚ ਕਰ ਲਿਆ ਸੀ। ਇਹ ਨਾ ਪਹਿਲਾਂ ਕਿਸੇ ਤੋਂ ਹੋਇਆ ਨਾ ਕਿਸੇ ਤੋਂ ਬਾਅਦ ਚ ਹੋਇਆ, ਇਸ ਕਰਕੇ ਵੀ ਉਹ ਲੱਗਦੇ ਨੇ ਸਿੱਖਾਂ ਦੇ ਨਾਲ ਥੋੜਾ ਮੋਟਾ ਜ਼ਰੂਰ, ਕਿਉਂਕਿ ਉਹਨਾਂ ਦੀ ਇੱਕ ਸਵਾਲ ਆ ਰਿਹਾ ਤੁਹਾਡੀ ਗੱਲ ਦੇ ਵਿੱਚ, ਇੱਕ ਸਵਾਲ ਆ ਰਿਹਾ ਜੀ ਡਾਕਟਰ ਸਾਹਿਬ। ਕੁਝ ਵਿਦਵਾਨ ਕੁਝ ਪੱਤਰਕਾਰ ਇਹ ਗੱਲ ਵੀ ਕਹਿੰਦੇ ਨੇ ਕਿ ਇਹ ਤਾਲਿਬਾਨ ਜਿਹੜੇ ਆ ਪਿਛਲੇ 20 ਸਾਲਾਂ ਨਾਲੋਂ ਥੋੜਾ ਜਿਹਾ ਇਹਨਾਂ ਦੇ ਵਿਵਹਾਰ ਵਿੱਚ ਫਰਕ ਹੋ ਸਕਦਾ ਹੈ, ਇਹਨਾਂ ਦੇ ਵਿਵਹਾਰ ਵਿੱਚ ਕੋਈ ਨਰਮੀ ਆਵੇ ਜਾਂ ਕੋਈ ਇਹਨਾਂ ਦੇ ਸੁਭਾਅ ਵਿੱਚ ਤਬਦੀਲੀ ਆਵੇ। ਤੁਸੀਂ ਇਹਨੂੰ ਕਿਵੇਂ ਇਸ ਗੱਲ ਨੂੰ ਲੈਂਦੇ ਹੋ? ਇਹਨਾਂ ਨੇ ਬਿਆਨ ਤਾਂ ਉਹੀ ਦਿੱਤੇ ਸੀ ਕਿ ਅਸੀਂ ਸਭ ਦਾ ਕਿਸੇ ਨੁਕਸਾਨ ਨਹੀਂ ਕਰਾਂਗੇ, ਗੱਲਬਾਤ ਨਾਲ ਮਾਮਲੇ ਸੁਲਝਾਂਗੇ, ਔਰਤਾਂ ਨੂੰ ਅਸੀਂ ਨੌਕਰੀ ਕਰਨ ਦੇਵਾਂਗੇ, ਸ਼ਰੀਅਤ ਦੇ ਅਨੁਸਾਰ ਕਰਨ ਦੇਵਾਂਗੇ, ਨਾਲ ਇਹ ਵੀ ਸੀਗਾ। ਪਰ ਜੋ ਜ਼ਮੀਨ ਤੇ ਹੋ ਰਿਹਾ ਹੈ ਉਹ ਉਲਟ ਹੋ ਰਿਹਾ ਹੈ, ਕਿਉਂ ਜਿਸ ਤਰ੍ਹਾਂ ਗੋਲੀਆਂ ਦੇ ਵਿੱਚ ਗੋਲੀਆਂ ਨਾਲ ਇੱਕ ਦੀਵਾਰ ਤੇ ਚੜਿਆ ਉਹ ਭੁੰਨਤਾ, ਇੱਕ ਬੱਚੇ ਨੂੰ ਮਾਰਤਾ, ਉਹ ਲੇਡੀ ਦੇ ਮਾਰ ਪੈ ਰਹੀ ਹੈ ਬੁਰੀ ਤਰ੍ਹਾਂ, ਘਰ ਘਰ ਜਾ ਕੇ ਤਲਾਸ਼ੀ ਹੋ ਰਹੀ ਹੈ, ਕੁੱਟ ਰਹੀ ਹੈ, ਮਾਰ ਰਹੇ, ਗੋਲੀਆਂ ਮਾਰ ਰਹੇ ਆ। ਉਹ ਮੈਨੂੰ ਤਾਂ ਲੱਗਦਾ ਨਹੀਂ ਕੋਈ ਫਰਕ ਪਿਆ ਹੈ। ਮੈਂ ਸੋਚਿਆ ਸੀ ਕਿ ਇਹਨਾਂ ਨੇ ਜੋ ਰਾਜ ਕੀਤਾ ਹੈ ਕੁਝ ਸਾਲ ਪਹਿਲਾਂ, 20 ਸਾਲ ਪਹਿਲਾਂ, ਉਹ ਤੋਂ ਸਿੱਖ ਗਏ ਹੋਣੇ ਨੇ ਕਿ ਰਾਜ ਜਿਹੜਾ ਕਰਨਾ ਹੈ ਉਹ ਏਡਾ ਸੁਖਾਲਾ ਨਹੀਂ ਹੈ, ਸਿਰਫ ਤਸ਼ੱਦਦ ਦੇ ਨਾਲ ਰਾਜ ਨਹੀਂ ਹੁੰਦਾ। ਰਾਜ ਜੋ ਹੈ ਉਹਦੇ ਚ ਹਲੀਮੀ ਰਾਜ ਜੋ ਸਿੱਖਾਂ ਦਾ ਰਾਜ ਸੀ ਉਹ ਸਭ ਤੋਂ ਵਧੀਆ ਰਾਜ ਹੁੰਦਾ ਹੈ, ਔਰ ਇਹ ਉਹਦੇ ਕਰਕੇ ਸਿੱਖ ਵੀ ਸਕਦੇ ਸੀਗੇ ਕਿ ਅਸੀਂ ਹਲੀਮੀ ਨਾਲ ਰਹਿਣਾ ਹੈ। ਪਰ ਇਹ ਜੀ ਹਲੀਮੀ ਹਾਲੇ ਤੱਕ ਆਈ ਲੱਗਦੀ ਨਹੀਂ ਹੈ, ਚਾਹੇ ਕਿ ਇਹਨਾਂ ਨੇ ਬਿਆਨ ਦਿੱਤੇ ਨੇ, ਪਰ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਜੋ ਥੱਲੇ ਵਾਲੇ ਹੈਗੇ ਆ ਇਹਨਾਂ ਦਾ ਹੁਕਮ ਮੰਨਦੇ ਆ ਕਿ ਨਹੀਂ ਮੰਨਦੇ, ਇਹ ਸਭ ਆਪੋ ਆਪ ਧਾਪੀ ਪਈ ਹੋਈ ਹੈ ਸਾਰਿਆਂ ਨੂੰ। ਇਹਦੇ ਵਿੱਚ ਵੀ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਇਹ ਇਕੱਲੇ ਤਾਲਿਬਾਨੀ ਜੋ ਹੈ ਪਾਕਿਸਤਾਨੀ ਟ੍ਰੇਨਡ ਇਹੀ ਨਹੀਂ ਹੈ, ਇਹਨਾਂ ਦੇ ਨਾਲ ISIS ਵਾਲੇ ਵੀ ਹੈ ਜੋ ਵੀ ਮੌਕੇ ਦਾ ਫਾਇਦਾ ਉਠਾ ਸਕਦੇ ਆ, ਉਹ ਇੰਡੀਅਨ ਦੇ ਅਗੇਂਸਟ ਹੈ। ਇਸੇ ਤਰ੍ਹਾਂ ਹੀ LTT ਵਾਲੇ ਵੀ ਨੇ, ਇਸ ਤਰ੍ਹਾਂ ਦੂਸਰੇ ਗਰੁੱਪ ਵੀ ਨੇ, ਉਹ ਟੈਰਰਿਸਟ ਵੀ ਵਿੱਚ ਮਿਲੇ ਹੋਏ ਨੇ। ਕਿਉਂਕਿ ਜਦ ਇੰਡੀਅਨ ਐਮਬੈਸੀ ਨੇ ਉੱਥੋਂ ਨਿਕਲਣਾ ਸੀਗਾ, ਇਹ ਬਹੁਤ ਹੀ ਜੋ ਹੈ ਸਿਕਿਉਰਿਟੀ ਰੀਜ਼ਨ ਦੇ ਹਿਸਾਬ ਦੇ ਨਾਲ ਛੁਪਾ ਕੇ ਬੜੇ ਤਰੀਕੇ ਦੇ ਨਾਲ ਉੱਥੇ ਉਹਨਾਂ ਨੂੰ ਕੱਢ ਕੇ ਲਿਆਂਦਾ ਸੀ ਇਹਨਾਂ ਨੇ, ਕਿਉਂਕਿ ਉਦੋਂ ਡਰ ਸੀ ਕਿ ਪਾਕਿਸਤਾਨੀ ਇਹਨਾਂ ਉੱਤੇ ਹਮਲਾ ਕਰਵਾਉਣਗੇ ਜਾਂ ਕੋਈ ਟੈਰਰਿਸਟ ਏਜੰਸੀ ਇਹਨਾਂ ਉੱਤੇ ਹਮਲਾ ਕਰ ਸਕਦੀ ਹੈ। ਤਾਂ ਉਹ ਕਾਫੀ ਬਿਆਨ ਉਹਨਾਂ ਦੇ ਆਏ ਨੇ ਇੰਡੀਅਨ ਐਮਬੈਸੀ ਵਾਲਿਆਂ ਦੇ ਵੀ ਕਿ ਉਹਨਾਂ ਨੂੰ ਕਿੱਥੋਂ ਖਤਰਾ ਸੀ। ਤਾਂ ਇਹਦਾ ਇਕੱਲਾ ਤਾਲਿਬਾਨ ਹੀ ਨਹੀਂ ਹੈ ਇਸ ਵੇਲੇ ਐਕਟਿਵ,
ਕਾਬਲ ਦੇ ਵਿੱਚ ਦੂਜੀਆਂ ਟੈਰਰਿਸਟ ਏਜੰਸੀਆਂ ਵੀ ਇਕੱਠੀਆਂ ਹੋ ਰਹੀਆਂ ਨੇ। ਇਹ ਖਤਰਾ ਹੋਰ ਵੀ ਵੱਧ ਸਕਦਾ ਹੈ ਜਦ ਇਹ ਸਾਰੀਆਂ ਏਜੰਸੀਆਂ ਇਕੱਠੀਆਂ ਹੋ ਜਾਣਗੀਆਂ। ਇਹਦਾ ਤੁਸੀਂ ਆਪ ਹੀ ਸੁਣ ਲਓ, ਜਦ ਰੂਸ ਨੇ ਵੀ ਕਹਿਤਾ ਕਿ ਸਾਨੂੰ ਇਹ ਤਾਲਿਬਾਨ ਨਹੀਂ ਇੱਥੇ ਆਪਣੇ ਇਲਾਕੇ ਚਾਹੀਦੇ ਕਿਉਂਕਿ ਇਹਨਾਂ ਵਿੱਚ ਟੈਰਰਿਸਟ ਨੇ। ਚੀਨ ਨੇ ਵੀ ਕਹਿਤਾ ਇਹਨਾਂ ਵਿੱਚ ਟੈਰਰਿਸਟ ਨੇ, ਸਾਨੂੰ ਪਾਸੇ ਰੱਖਣ, ਕਿਉਂ ਉਹਨਾਂ ਦਾ ਆਪਣਾ ਜੋ ਦੇਸ਼ ਹੈ ਉੱਥੇ ਕੁਝ ਮੁਸਲਮਾਨ ਨੇ ਜਿਨ੍ਹਾਂ ਨੂੰ ਉਹ ਦਬਾ ਰਹੇ ਨੇ, ਔਰ ਇਹਨਾਂ ਨੂੰ ਇਹ ਮਦਦ ਕਰਨਗੇ ਹੀ ਕਰਨਗੇ, ਆਈਐਸ ਵਾਲੇ ਤੇ ਆਈਐਸਆਈ ਵਾਲੇ ਤੇ ਦੂਜੇ, ਤੇ ਉਹਨਾਂ ਨੂੰ ਵੀ ਆਪਣਾ ਹੀ ਖਤਰਾ ਹੈ। ਔਰ ਉਹ ਖਤਰਾ ਤਾਂ ਪਾਕਿਸਤਾਨ ਨੂੰ ਵੀ ਖੁਦ ਹੈ, ਕਿਉਂ ਪਾਕਿਸਤਾਨ ਦਾ ਟੀਟੀ ਤਾਲਿਬਾਨ ਹੈ, ਇੱਕ ਗਰੁੱਪ ਹੈ ਤਾਲਿਬਾਨ ਦਾ ਜੋ ਲੋਕਲ ਹੈ, ਉਹ ਉੱਥੇ ਹਮਲਾ ਕਰ ਰਿਹਾ ਹੈ। ਔਰ ਦੂਸਰਾ ਇਹਨਾਂ ਨੇ ਇਹ ਵੀ ਤਹਿਰੀਕ-ਏ-ਤਾਲਿਬਾਨ ਜਿਹੜਾ ਜੀ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਗਰੁੱਪ ਜਿਹੜਾ, ਹਾਂ, ਉਹ ਇਸ ਵੇਲੇ ਦੂਜੇ ਵਿੱਚ ਬੜੇ ਐਕਟਿਵ ਨੇ, ਦੂਜੇ ਚ ਆਜ਼ਾਦ ਕਸ਼ਮੀਰ ਦੇ ਵਿੱਚ। ਔਰ ਜਿਹੜੇ ਨਵੇਂ ਤਾਲਿਬਾਨ ਨੇ ਕੁਛ ਨੇ, ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਪਖਤੂਨ ਹਾਂ ਤੇ ਜਿਹੜਾ ਪਖਤੂਨਿਸਤਾਨ ਹੈ ਪਾਕਿਸਤਾਨ ਦਾ, ਅਸੀਂ ਉਹ ਆਪਣਾ ਲੈ ਕੇ ਰਹਾਂਗੇ। ਇਹਦਾ ਮਤਲਬ ਪਾਕਿਸਤਾਨ ਨੂੰ ਵੀ ਚਿੰਤਾ ਪਈ ਹੋਈ ਹੈ। ਇਹਦਾ ਮਤਲਬ ਉਹ ਸਾਰਿਆਂ ਲਈ ਖਤਰੇ ਦੀ ਘੰਟੀ ਬਣੇ ਹੋਏ ਨੇ ਇਸ ਵੇਲੇ। ਲੇਕਿਨ ਅੱਗੇ ਕੀ ਗੱਲ ਨਿਕਲਦੀ ਹੈ ਉਹ ਤੋਂ ਹੀ ਪਤਾ ਲੱਗੇਗਾ ਕਿ ਇਹ ਕਿਹੜੇ ਹਿਸਾਬ ਨਾਲ ਚੱਲਦੇ ਨੇ, ਕਿਉਂ ਹਾਲੇ ਤਾਂ ਇਹਨਾਂ ਦਾ ਆਪਣਾ ਰਾਜ ਪ੍ਰਬੰਧ ਹੀ ਸੈੱਟ ਨਹੀਂ ਬੈਠਾ। ਕਿਉਂਕਿ ਕਦੇ ਕਹਿੰਦੇ ਅਸੀਂ ਮਿਲ ਕੇ ਕੰਮ ਕਰਾਂਗੇ, ਕਦੇ ਕਹਿੰਦੇ ਆਹ ਬਣੇਗਾ, ਉਧਰ ਪੰਜਸ਼ੀਰ ਵਾਲੇ ਆਪਣਾ ਚੱਕਰ ਪਾਈ ਫਿਰਦੇ ਨੇ, ਔਰ ਕਦੇ ਮੁੱਲਾ ਬਰਾਦਰ ਕਹਿ ਦਿੰਦਾ ਕਿ ਮੈਂ ਪ੍ਰਧਾਨ, ਕਦੇ ਦੂਜਾ ਜੋ ਹੈ ਉਹ ਕਹਿੰਦਾ ਮੈਂ ਪ੍ਰਧਾਨ ਹਾਂ। ਉਹ ਇਹਨਾਂ ਦੇ ਆਪਸ ਵਿੱਚ ਪ੍ਰਧਾਨੀ ਦੇ ਚੱਕਰ ਹੀ ਨਹੀਂ ਖਤਮ ਹੋਏ ਤੇ ਇਹਨਾਂ ਦੀ ਕਿਵੇਂ ਸਰਕਾਰ ਬਣੇਗੀ। ਜਾਂ ਹੋ ਸਕਦਾ ਹੈ ਕਿ ਵਹਾਂ ਖਾਨਾ ਜੰਗੀ ਵੀ ਸ਼ੁਰੂ ਹੋ ਸਕਦੀ ਹੈ ਜੀ। ਤਾਂ ਉਸ ਹਾਲਤ ਦੇ ਵਿੱਚ ਹਾਲਾਤ ਬਹੁਤ ਹੀ ਵਿਗੜਨ ਵਾਲੇ ਹੈ। ਤਾਂ ਇਹ ਸਮੇਂ ਦੇ ਨਾਲ ਹੀ ਪਤਾ ਚੱਲੇਗਾ ਕਿ ਹਾਲਾਤ ਕਿੱਥੇ ਜਾਂਦੇ ਨੇ, ਕਿਵੇਂ ਜਾਂਦੇ ਨੇ। ਤਾਂ ਇੱਕੋ ਹੀ ਤਰੀਕਾ ਹੈ ਸਿੱਖਾਂ ਲਈ ਕਿ ਉੱਥੋਂ ਵਾਪਸ ਆ ਜਾਣ। ਔਰ ਦੂਸਰਾ ਇਹ ਵੀ ਜ਼ਰੂਰੀ ਹੈ ਕਿ ਜੋ ਸਾਡੀਆਂ ਇਤਿਹਾਸਿਕ ਵਿਰਾਸਤਾਂ ਨੇ ਉਹਨਾਂ ਨੂੰ ਵੀ ਸਾਂਭ ਕੇ ਰੱਖਿਆ ਜਾਵੇ। ਇਹਨਾਂ ਦੋਨਾਂ ਦੇ ਵਿਚਾਰੇ ਸਿੱਖ ਜੋ ਹੈ ਨਪੀੜੇ ਜਾ ਰਹੇ ਨੇ। ਡਾਕਟਰ ਸਾਹਿਬ ਤੁਸੀਂ ਇਹ ਗੱਲ ਕੀਤੀ ਹੈ ਕਿ ਸਾਡੀਆਂ ਇਤਿਹਾਸਕ ਉਹ ਜਿਹੜੀਆਂ ਯਾਦਗਾਰਾਂ ਨੇ, ਸਾਡੇ ਇਤਿਹਾਸਕ ਧਾਰਮਿਕ ਸਥਾਨ ਨੇ, ਉਹਨਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ। ਤੇ ਤੁਸੀਂ ਤੇ ਭੂਗੋਲਿਕ ਸਾਰੀ ਸਥਿਤੀ ਨੂੰ ਸਮਝਦੇ ਹੋ, ਦੁਸ਼ਮਣ ਕੌਣ ਹੈ, ਮਿੱਤਰ ਕੌਣ ਹੈ, ਸਾਰੀ ਗੱਲ ਨੂੰ ਸਮਝਦੇ ਹੋ। ਕੀ ਕੋਈ ਇਦਾਂ ਦੀ ਕੂਟਨੀਤਿਕ ਨੀਤੀ ਬਣ ਸਕਦੀ ਹੈ ਕਿ ਜਿਹੜੇ ਸਾਡੇ ਧਾਰਮਿਕ ਸਥਾਨ ਸੰਭਾਲਣ ਲਈ ਕੋਈ ਵਿਸ਼ਵ ਪੱਧਰ ਤੇ ਕੋਈ ਨੀਤੀ ਬਣ ਸਕੇ? ਦੇਖੋ, ਇਹ ਹਿੰਦੁਸਤਾਨ ਪੱਧਰ ਤੇ ਹੀ ਗੱਲਬਾਤ ਹੋਣੀ ਹੈ, ਟੌਪ ਪੱਧਰ ਦੇ ਉੱਤੇ ਹੀ ਜੀ। ਇਹ ਜੋ ਜੈ ਸ਼ੰਕਰ ਹੈ, ਜੋ ਵਿਦੇਸ਼ ਮੰਤਰੀ ਹੈ, ਉਹ ਇਸੇ ਹਿਸਾਬ ਦੇ ਨਾਲ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੋਹਾ ਦੇ ਵਿੱਚ ਜਦ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਗੱਲਬਾਤ ਕੀਤੀ ਸੀ। ਪਤਾ ਇਹ ਵੀ ਲੱਗਿਆ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੋ ਹਿੰਦੁਸਤਾਨ ਨੇ ਪ੍ਰੋਜੈਕਟ ਚਲਾਏ ਹੋਏ ਨੇ ਅਸੀਂ ਉਹ ਚੱਲਣ ਦਿਆਂਗੇ। ਇਹ ਉਹਨਾਂ ਦਾ ਬਿਆਨ ਹੈ। ਚੱਲਣ ਦਿੰਦੇ ਆ ਨਹੀਂ ਦਿੰਦੇ ਪਤਾ ਨਹੀਂ ਹੈ, ਲੇਕਿਨ ਕੋਸ਼ਿਸ਼ ਭਾਰਤ ਦੀ ਇਹੀ ਰਹੇਗੀ। ਹੁਣ ਗੱਲਬਾਤ ਬਿਨਾਂ ਕੋਈ ਚਾਰਾ ਹੈ ਨਹੀਂ ਹੈ। ਪਹਿਲਾਂ ਤਾਂ ਹਿੰਦੁਸਤਾਨ ਨੇ ਪਿਛਲੇ ਤਾਲਿਬਾਨ ਨਾਲ ਗੱਲ ਨਹੀਂ ਸੀ ਕੀਤੀ, ਨਾ ਉਹਨਾਂ ਨੂੰ ਰੈਕੋਗਨਾਈਜ਼ ਕੀਤਾ ਸੀ ਐਜ਼ ਏ ਸਟੇਟ। ਲੇਕਿਨ ਹੁਣ ਗੱਲਬਾਤ ਇਹਨਾਂ ਨੂੰ ਜ਼ਰੂਰ ਕਰਨੀ ਪਏਗੀ ਕਿਉਂਕਿ ਆਪਣੇ ਬੰਦੇ ਜੋ ਕੁਝ ਰਹਿ ਵੀ ਗਏ ਨੇ ਉਹਨਾਂ ਦੀ ਸੁਰੱਖਿਆ ਵੀ ਜ਼ਰੂਰੀ ਸੀ। ਪਲੱਸ ਅਸੀਂ 3 ਅਰਬ ਡਾਲਰ ਉੱਥੇ ਖਰਚ ਕੀਤੇ ਹੋਏ ਆ, ਉਹਨਾਂ ਦੀ ਸੁਰੱਖਿਆ ਵੀ ਸੰਭਾਲਣੀ ਹੈ। ਡੈਮ ਬਣਾਏ ਹੋਏ ਆ, ਪਾਰਲੀਮੈਂਟ ਬਿਲਡਿੰਗ ਬਣਾਈ ਹੈ, ਇੰਨੀਆਂ ਰੋਡਸ ਬਣਾਈਆਂ ਆ, ਔਰ ਬਹੁਤ ਕੁਝ ਬਣਾਇਆ ਹੈ, ਇੱਕ ਢਾਂਚਾ ਖੜਾ ਕੀਤਾ ਹੈ। ਉਹਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ। ਤੋ ਇਹਨਾਂ ਗੱਲਾਂ ਦੇ ਮੱਦੇ ਨਜ਼ਰ ਭਾਰਤ ਨੂੰ ਉਹਨਾਂ ਨਾਲ ਗੱਲਬਾਤ ਤਾਂ ਜ਼ਰੂਰ ਕਰਨੀ ਹੀ ਪਏਗੀ। ਅਸੀਂ ਉਹਨਾਂ ਨੂੰ ਇਹਦੇ ਦੁਸ਼ਮਣ ਨਹੀਂ ਸਮਝ ਸਕਦੇ, ਕਿਉਂਕਿ ਜੇ ਦੁਸ਼ਮਣ ਸਮਝ ਲਿਆ ਤੇ ਸਾਡੇ ਆਪਣੇ ਬੰਦਿਆਂ ਨੂੰ ਨੁਕਸਾਨ ਹੈ। ਤੋ ਸਿੱਧਾ ਤੇ ਸਾਡੇ ਤੇ ਕੋਈ ਅਸਰ ਨਹੀਂ ਕਰ ਸਕਦੇ। ਬਾਅਦ ਦੇ ਵਿੱਚ ਹੋ ਸਕਦਾ ਹੈ ਕਿ ਉਹ ਕਸ਼ਮੀਰ ਵੱਲ ਵੀ ਆਪਣਾ ਮੂੰਹ ਕਰ ਲੈਣ, ਪਰ ਲੇਕਿਨ ਨੂੰ ਜੇ ਹੁਣ ਗੱਲਬਾਤ ਦੇ ਨਾਲ ਰੋਕਿਆ ਜਾ ਸਕਦਾ ਹੈ ਔਰ ਉਹਨਾਂ ਨਾਲ ਕੁਛ ਨਾ ਕੁਛ ਗੱਲਬਾਤ ਤਾਂ ਕਰਨੀ ਹੀ ਪਏਗੀ। ਇਹਦੇ ਨਾਲ ਕੋਈ ਚਾਰਾ ਨਹੀਂ ਹੈ। ਇਹਦੇ ਵਿੱਚ ਇਹ ਵੀ ਜ਼ਰੂਰੀ ਹੋਏਗਾ ਕਿ ਜੋ ਵਿਰਾਸਤਾਂ ਨੇ ਸਿੱਖਾਂ ਦੀਆਂ, ਗੁਰਦੁਆਰਾ ਸਾਹਿਬ ਹੈ ਤੇ ਹੋਰ ਜਿਤਨਾ ਉੱਥੇ ਖਾਸ ਕਰਕੇ ਬਹੁਤ ਪੁਰਾਣੀਆਂ ਜੋ ਯਾਦਾਸ਼ਤਾਂ ਨੇ, ਵਿਰਾਸਤ ਨੇ, ਗੁਰੂ ਗ੍ਰੰਥ ਸਾਹਿਬ ਨੇ, ਹੋਰ ਪੱਤਰ ਵੀ ਨੇ ਤੇ ਢਾਲਾਂ ਕਿਰਪਾਨਾਂ ਵੀ ਪਈਆਂ ਨੇ। ਇਹਨਾਂ ਸਾਰਿਆਂ ਨੂੰ ਸੰਭਾਲਣਾ ਜੋ ਹੈ ਉਹ ਗੱਲਬਾਤ ਦੇ ਬਿਨਾਂ ਨਹੀਂ ਹੋ ਸਕਦਾ, ਕਿਉਂਕਿ ਸਿੱਖ ਲੜ ਕੇ ਤਾਂ ਰੱਖ ਨਹੀਂ ਸਕਦੇ ਉੱਤੇ, ਗੱਲਬਾਤ ਬਿਨਾਂ ਨਹੀਂ ਬਚਾਅ ਹੋ ਸਕਦਾ। ਤਾਂ ਜੋ ਸਿੱਖ ਪਾਰਲੀਮੈਂਟ ਆ ਗਿਆ ਵਾਪਸ ਇੱਥੇ ਇੰਡੀਆ 'ਚ, ਜੋ ਗੱਲ ਕਰ ਸਕਦਾ ਸੀ। ਤਾਂ ਇਹ ਹਲੇ
टाइम लगेगा, एडी छेती कुछ नहीं होने वाला, क्योंकि पहला तो उन्होंने सिचुएशन अपनी क्लीयर होनी चाहिए है तालिबाना की कि असी की बनना है की करना है। उस तो अगर जब सरकार बनाते ने फिर उन्होंने नाल साडे जो विदेश मंत्री है वो गल करनगे तां जाके किते ये कुछ सामने आएगी गल साफ स्पष्ट कि की बनेगा की नहीं बनेगा। डॉक्टर साहब तुसीं बड़ी रवानगी दे नाल बड़ी डूंघी जानकारी दे रहे हो। दो सवाल तुहाडीਆਂ ਗੱਲਾਂ ਚੋਂ ਮੇਰੇ ਜ਼ਿਹਨ ਦੇ ਵਿੱਚ ਆ ਰਹੇ ਨੇ। ਇੱਕ ਤੇ ਇਹ ਕਿਉਂਕਿ ਤੁਸੀਂ ਇੱਕ ਆਰਮੀ ਆਫੀਸਰ ਹੋ ਵੀ ਜਿਹੜੇ ਪਖਤੂਨਾ ਤੇ ਪਠਾਣਾ ਦੇ ਆਪਣੇ ਮੁਲਕ ਦੀ ਇੱਕ ਮੰਗ ਹੈ ਉਹਨੂੰ ਕਿੰਨਾ ਕੁ ਹੁਲਾਰਾ ਮਿਲ ਸਕਦਾ ਹੈ ਜੇ ਇਹ ਸਰਕਾਰ ਆਪਣੀ ਸਥਾਪਿਤ ਕਰ ਲੈਂਦੇ। ਨੰਬਰ 2 ਜਿਹੜੀ ਇਹਨਾਂ ਦੀ ਇੱਕ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿਚਕਾਰ ਇੱਕ ਹੱਦ ਹੈ ਸਰਹੱਦ ਹੈ ਕੋਈ 2670 ਕਿਲੋਮੀਟਰ ਦੀ ਲੰਬੀ ਹੈ। ਉਹਨੂੰ ਅਫਗਾਨਿਸਤਾਨ ਨੇ ਕਦੀ ਲਿਖਤੀ ਤੇ ਪ੍ਰਵਾਨ ਕੀਤਾ ਹੈ ਪਰ ਉਹਨੂੰ ਮੰਨਦੇ ਆ ਕਿ ਅਸੀਂ ਪਾਕਿਸਤਾਨ ਦੇ ਵਿੱਚ ਸਾਡਾ ਹਿੱਸਾ ਹੈ। ਉਹ ਪਾਕਿਸਤਾਨ ਨੂੰ ਹਮੇਸ਼ਾ ਚੁਣੌਤੀ ਦਿੰਦੇ ਨੇ। ਇਹ ਦੋ ਪ੍ਰਸ਼ਨ ਨੇ ਮੇਰੇ। अच्छा पहली गल ये है कि ये याद रखना चाहिए है कि जो एक्चुअल पुराने अफसर ने ना जी जी जो उन्होंने हुण तालिबान दे भी मोढे बने हुए ने कई वो भारत दे ट्रेन कीते हुए आ साडे नाल भी ट्रेनिंग कीती उन्होंने जी जी ਉਹੀ ਹੁਣ ਵੱਡੇ ਅਫਸਰ ਜਰਨੈਲ ਬਣੇ ਉਹਨਾਂ ਦੇ ਤਾਲਿਬਾਨ ਦੇ ਵੀ ਬਣੇ ਨੇ। ਜੀ ਜੀ ਦੂਜਾ ਉਹ ਕਹਿੰਦੇ ਹੈ ਕਿ ਜੋ ਸਮਝੌਤਾ ਹੋਇਆ ਸੀਗਾ ਖਾਸ ਕਰਕੇ ਪਹਿਲਾਂ ਜਿਹਦੇ ਅਨੁਸਾਰ ਇਹ ਸਮਝੌਤਾ ਅਫਗਾਨਿਸਤਾਨ ਦੇ ਨਾਲ ਡਿਊਰਨ ਲਾਈਨ ਦਾ ਹੋਇਆ ਸੀਗਾ ਉਹ ਖਤਮ ਹੋ ਚੁੱਕਿਆ ਹੈ ਤੇ ਸਾਨੂੰ ਹੁਣ ਜਿੰਨਾ ਵੀ ਜੋ ਪਖਤੂਨਿਸਤਾਨ ਹੈ ਵਾਪਸ ਮਿਲਣਾ ਚਾਹੀਦਾ ਹੈ ਜੀ। ਪਾਕਿਸਤਾਨ ਨੇ ਸਾਡਾ ਇਲਾਕਾ ਉਹ ਦੱਬਿਆ ਹੋਇਆ ਹੈ ਜੀ ਉਹ ਤਾਂ ਉਹਨੇ ਗੱਲ ਸ਼ੁਰੂ ਕਰ ਦਿੱਤੀ ਹੋਈ ਆ ਔਰ ਹੋ ਸਕਦਾ ਉਹਦੇ ਲੜਾਈ ਵੀ ਕਰਨ ਪਰ ਹਾਲੇ ਨਹੀਂ ਇਮੀਡੀਏਟਲੀ ਪਹਿਲਾਂ ਆਪਣਾ ਘਰ ਸਿੱਧਾ ਕਰਨਗੇ ਬਾਅਦ ਦੇ ਵਿੱਚ ਪਾਕਿਸਤਾਨ ਨਾਲ ਵੀ ਨਿਪਟਣਗੇ। ਪਾਕਿਸਤਾਨ ਲਈ ਵੀ ਖਤਰੇ ਦੀ ਘੰਟੀ ਹੈ और ये नहीं कि देखो ज्यादातर जो तालिबान ने वो पख्तून ने ज्यादातर तालिबान जो ने वो पख्तून ने जो खास करके उत्तर पश्चिम दे वाले ने जो सेंट्रल एशियन कंट्री दे नाल जुड़दे ने उतों घट ने वो उन्हां दे विरोध भी कर रहे ने। पंछीवादी वाले भी उधर ले वो अड ने उन्हां दे ਇਹ ਜਿਵੇਂ ਤੁਸੀਂ ਸਮਝ ਲਓ ਕਿ ਇਹ ਜ਼ਿਆਦਾਤਰ ਜਿਵੇਂ ਮੰਗੋਲ ਸੀਗੇ ਜੀ ਇਹ ਮੰਗੋਲਵਾਦੀ ਦੇ ਨਾਲ ਜ਼ਿਆਦਾ ਜੁੜਦੇ ਨੇ ਜੀ। ਜਿਹੜੇ ਪਾਕਿਸਤਾਨ ਵਾਲੇ ਨੇ ਇਹ ਇੰਡੀਅਨ ਹੈਗੇ ਆ ਜ਼ਿਆਦਾ ਜੀ ਜੋ ਇੰਡੀਆ ਤੋਂ ਧਰਮ ਬਦਲੀ ਕੀਤਾ ਹੋਇਆ ਇਹਨਾਂ ਨੇ। ਇਹ ਦੋ ਚੀਜ਼ਾਂ ਅਲੱਗ-ਅਲੱਗ ਨੇ ਇਹਨਾਂ ਦਾ ਬੈਕਗ੍ਰਾਉਂਡ ਵੀ ਨਹੀਂ ਮਿਲਦੀ ਹੈ ਜੀ ਜੀ ਔਰ ਖਤਰੇ ਦੀ ਘੰਟੀ ਪੱਕੀ ਹੈ ਕੁਝ ਨਾ ਕੁਝ ਲੜਾਈ ਚੱਲਦੀ ਰਹੇਗੀ ਪਾਕਿਸਤਾਨ ਨਾਲ ਵੀ ਹੋਏਗੀ ਔਰ ਜੋ ਚੀਨ ਦੇ ਜਿਹੜੇ ਪਾਕਿਸਤਾਨੀ ਨੇ ਉਹ ਵੀ ਚੀਨ ਦੇ ਸੌਰੀ ਮੁਸਲਮਾਨ ਨੇ ਜੋ ਉਹਨਾਂ ਨੂੰ ਵੀ ਹੁਣ ਹੌਸਲਾ ਮਿਲੇਗਾ ਕਿ ਅਸੀਂ ਆਪਣੀ ਆਵਾਜ਼ ਉਠਾਈਏ ਤੇ ਇਹਨਾਂ ਦੇ ਤੋਂ ਮਦਦ ਲਈਏ ਔਰ ਇਸੇ ਕਰਕੇ ਚੀਨ ਵੀ ਡਰਿਆ ਹੋਇਆ ਹੈ ਔਰ ਖਾਸ ਕਰਕੇ ਜੋ ਸੈਂਟਰਲ ਏਸ਼ੀਅਨ ਕੰਟਰੀ ਉਹ ਹੈ ਹੀ ਮੁਸਲਮਾਨ ਜਿਨ੍ਹਾਂ ਦੀ ਬੈਕਗ੍ਰਾਉਂਡ ਤੁਰਕੀ ਹੈ ਕਿਉਂਕਿ ਪਹਿਲਾਂ ਇੱਥੇ ਤੱਕ ਤੁਰਕੀ ਪ੍ਰਭਾਵ ਸਾਰਾ ਸੀਗਾ ਜੀ ਤੇ ਇਹ ਜਿਵੇਂ ਖੁਰਾਸਾਨ ਖੁਸਵਾਨਾ ਕੀ ਵਾਲੀ ਗੱਲ ਸੁਣੋ ਤੇ ਇਹ ਸਾਰਾ ਖੁਰਾਸਾਨ ਸਾਰਾ ਇਲਾਕਾ ਇਹ ਆਪਣੇ ਆਪ ਨੂੰ ਸਮਝਦੇ ਨੇ ਪਾਕਿਸਤਾਨ ਦਾ ਤੇ ਇਲਾਕੇ ਨੂੰ ਖੁਰਾਸਾਨ ਕਹਿੰਦੇ ਨੇ ਕਿ ਸਾਡਾ ਇਲਾਕਾ ਹੈ ਜੀ ਜੀ ਤੇ ਇਹ ਪੂਰਾ ਆਪਣੇ ਕਬਜ਼ੇ ਵਿੱਚ ਕਰਨ ਤੇ ਖੁਰਾਸਾਨ ਕੰਟਰੀ ਜੋ ਹੈ ਇਹ ਸਭ ਕਰ ਰਹੇ ਨੇ ਇਹ ਕੰਟਰੀ ਸਾਡਾ ਹੈ ਤੇ ਹੋ ਸਕਦਾ ਇਹ ਹੋਰ ਵੀ ਗਰਮ ਹੋ ਜਾਏ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਰੁਕਣ ਵਾਲੀਆਂ ਨਹੀਂ ਹੈ। ਇਹ ਸਾਡੇ ਬਾਰਡਰ ਤੋਂ ਬਾਰਡਰ ਦੇ ਨਾਲ एक मामला पक गया है जो खत्म होने का ना हाले नहीं लेना चाहिए। डॉक्टर साहब ਆਪਾਂ ਇਹ ਗੱਲ ਮੰਨ ਸਕਦੇ ਹਾਂ ਕਿ ਜਿਹੜੀ ਪਾਕਿਸਤਾਨ ਦੀ ISI ਹੈ ਤੇ ਜਿਹੜੇ ਤਾਲਿਬਾਨ ਦਰਮਿਆਨ ਅੱਜ ਜਿਹੜਾ ਰਿਸ਼ਤਾ ਚੱਲ ਰਿਹਾ ਉਹ ਰਿਸ਼ਤਾ ਸਿਰਫ ਉਹਨਾਂ ਦੀਆਂ ਇੱਕ ਲੋੜਾਂ ਤੇ ਆਧਾਰਿਤ ਹੈ। ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਰਿਸ਼ਤੇ ਨੂੰ ਗ੍ਰਹਿਣ ਲੱਗੇਗਾ ਇਹ ਰਿਸ਼ਤਾ ਪੱਕਾ ਚੱਲਣ ਵਾਲਾ ਨਿਭਣ ਵਾਲਾ ਨਹੀਂ ਹੈ। ਇਹ ਤਾਂ ਜਾਣੀ ਹੋਈ ਗੱਲ ਹੈ खास करके जो मुल्ला बदर है पर प्रेसिडेंट रहा है वो 7 साल पाकिस्तान की कैद च रहा ਉਹਨੂੰ ਹੈ ਤਾਂ ਗੁੱਸਾ ਕਿ ਮੈਨੂੰ ਉਹਨਾਂ ਨੇ ਪਾਕਿਸਤਾਨੀ ਇਹਨਾਂ ਨੇ ਕਿਉਂ ਕੈਦ ਚ ਰੱਖਿਆ ਮੈਨੂੰ ਇੰਨਾ ਚਿਰ। ਹੋ ਸਕਦਾ ਕਿ ਉਹਨੂੰ ਪ੍ਰੋਟੈਕਸ਼ਨ ਖਾਤਰ ਰੱਖਿਆ ਹੋਵੇ ਪਰ ਉਹਨੂੰ ਰੱਖਿਆ ਤਾਂ ਉਹਨੂੰ ਕੈਦ ਚ ਹੀ ਸੀ ਨਾ। ਫਿਰ ਵੀ ਜਦ ਇਹਨਾਂ ਦੀ ਸਰਕਾਰ ਬਣਨ ਲੱਗੀ ਫਿਰ ਉਹਨੂੰ ਉੱਥੋਂ ਬੁਲਾਇਆ ਕੈਦ ਚੋਂ ਕੱਢਿਆ ਤੇ ਉਹ ਫਾਊਂਡਰ ਬਣਿਆ ਤਾਲਿਬਾਨ ਦਾ। ਉਹਨੂੰ ਇਸਤੇਮਾਲ ਬਾਅਦ ਚ ਕੀਤਾ
ਲੇਕਿਨ ਉਹ ਇੰਨਾ ਫਰੈਂਡ ਦੋਸਤਾਨਾ ਨਹੀਂ ਹੈ ਇਹਦਾ ਦੇ ਨਾਲ ਪਾਕਿਸਤਾਨ ਦੇ ਨਾਲ। ਉਹਦੇ ਅੰਦਰ ਗੁੱਸਾ ਜ਼ਰੂਰ ਹੈ। ਜਦ ਟੌਪ ਦਾ ਗੁੱਸਾ ਸ਼ਾਮਲ ਹੈ, ਬਾਕੀਆਂ ਦੇ ਗੁੱਸੇ ਵੀ ਸ਼ਾਮਲ ਨੇ, ਤਾਂ ਇਹ ਗੱਲ ਚਾਹੇ ਪਾਕਿਸਤਾਨ ਚਾਹੇ ਵੀ ਕਹਿ ਦੇ ਕਿ ਅਫਗਾਨਿਸਤਾਨ ਆਜ਼ਾਦ ਹੋ ਗਿਆ ਹੈ, ਅਸੀਂ ਇਹਨਾਂ ਨਾਲ ਚੰਗੇ ਸੰਬੰਧ ਬਣਾ ਕੇ ਰੱਖਾਂਗੇ, ਅਸੀਂ ਇਹਨਾਂ ਨੂੰ ਚੰਗੀ ਸਰਕਾਰ ਦੇਣ ਦਾ ਭਰੋਸਾ ਦੇ ਰਹੇ ਹਾਂ। ਮੈਂ ਖੁਦ ਮਤਲਬ ਜੋ ਫੋਰਨ ਮਿਨਿਸਟਰ ਹੁਣ ਗਿਆ ਨਾ ਉੱਥੇ, ਉਹੀ ਗੱਲ ਕਰਨ ਗਿਆ ਵੀ ਚੰਗੀ ਸਰਕਾਰ ਬਣਾ ਦਈਏ, ਅਸੀਂ ਇਹਨਾਂ ਨਾਲ ਚੰਗੇ ਸੰਬੰਧ ਬਣਾਵਾਂਗੇ। ਇਹ ਅੰਦਰੋਂ ਤਾਂ ਛੱਡਦੇ ਹੋਣੇ, ਪਰ ਉੱਪਰੋਂ ਜੋ ਹੈ ਉਹਨਾਂ ਨੂੰ ਵੀ ਦਿਖਾਵਾ ਜੋ ਕਰਨਾ ਪੈ ਰਿਹਾ, ਇਹ ਦਿਖਾਵਾ ਹੀ ਜ਼ਿਆਦਾ ਹੈ। ਇਸੇ ਤਰ੍ਹਾਂ ਹੀ ਰਸ਼ੀਆ ਵੀ ਕਹਿੰਦਾ ਹੈ ਕਿ ਮੈਂ ਆਪਣੀ ਐਮਬੈਸੀ ਰੱਖਾਂਗਾ ਇੱਥੇ, ਲੇਕਿਨ ਡਰਦਾ ਉਹ ਵੀ ਹੈ ਕਿ ਉੱਥੇ ਉਹਨਾਂ ਦੇ ਸੈਂਟਰਲ ਏਸ਼ੀਅਨ ਤੇ ਖਾਸ ਕਰਕੇ ਉਜ਼ਬੇਕਿਸਤਾਨ ਦੇ ਵਿੱਚ, ਤੁਰਕਮੇਨਿਸਤਾਨ ਦੇ ਵਿੱਚ, ਉਸ ਇਲਾਕੇ ਦੇ ਵਿੱਚ ਵੀ ਗਦਰ ਹੋ ਸਕਦਾ ਹੈ ਜੋ ਬਾਅਦ ਦੇ ਵਿੱਚ ਰਸ਼ੀਆ ਤੇ ਇਫੈਕਟ ਕਰ ਸਕਦਾ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਰਿਆਂ ਨੂੰ ਖਤਰੇ ਵਾਲੀਆਂ ਹੀ ਨੇ। ਜਿਵੇਂ ਭਾਰਤ ਨੂੰ ਨੇ ਘੱਟ ਖਤਰਾ ਚੀਨ, ਪਾਕਿਸਤਾਨ, ਦੂਜੇ ਨੂੰ ਰਸ਼ੀਆ ਨੂੰ ਵੀ ਹੈ। ਹਲੇ ਈਰਾਨ ਚੁੱਪ ਹੈ, ਕਿਉਂ ਈਰਾਨ ਇਸ ਲਈ ਚੁੱਪ ਹੈ ਕਿਉਂ ਈਰਾਨ ਨੇ ਇਹਨਾਂ ਨੂੰ ਕੋਈ ਹਵਾ ਨਹੀਂ ਦਿੱਤੀ ਹੈ। ਈਰਾਨ ਜੋ ਹੈ ਉਹ ਸ਼ੀਆ ਦੇਸ਼ ਹੈ, ਔਰ ਤੁਸੀਂ ਹੁਣ ਜਾਣਦੇ ਹੋਗੇ ਅੱਜ ਹੀ ਜਹਾਜ਼ ਜੋ ਹੈ ਸ਼ੀਆ ਬੰਦਿਆਂ ਨੇ ਉੱਥੋਂ ਉਡਾਇਆ ਤੇ ਇਹ ਈਰਾਨ ਚ ਲੈ ਗਏ। ਅੱਜ ਹਾਈਜੈਕ ਇਹਨਾਂ ਨੇ ਕਰ ਲਿਆ ਕਹਿੰਦੇ। ਤੇ ਉਹਨਾਂ ਦੇ ਜਿਹੜੀ ਸ਼ੈਲਟਰ ਹੈ ਉਹ ਜ਼ਿਆਦਾ ਈਰਾਨ ਵੀ ਦੇਗਾ, ਔਰ ਖਾਸ ਕਰਕੇ ਦੂਜੇ ਜਿਵੇਂ ਸਾਊਦੀ ਅਰੇਬੀਆ, ਦੂਜੇ ਕੰਟਰੀ ਹੈ, ਉਹ ਸਭ ਚੁੱਪ ਨੇ ਇਸ ਵੇਲੇ, ਕੋਈ ਕੁਛ ਦੀ ਮਦਦ ਨਹੀਂ ਕਰ ਰਿਹਾ। ਸਿਰਫ ਜਿਹੜਾ ਕਤਾਰ ਹੈ, ਕਤਾਰ ਨੇ ਜ਼ਰੂਰ ਇਹਨਾਂ ਦੀ ਤਾਲਿਬਾਨ ਦੀ ਮਦਦ ਕੀਤੀ ਹੈ ਤੇ ਉੱਥੇ ਸਾਰੀ ਗੱਲਬਾਤ ਹੁੰਦੀ ਰਹੀ ਹੈ। ਹੋਰ ਕੋਈ ਕੰਟਰੀ ਇਹਨਾਂ ਦੇ ਨਾਲ ਜੁੜਿਆ ਨਹੀਂ ਹੈ। ਤੋ ਕੱਲਾ ਕੋਈ ਵੀ ਦੇਸ਼ ਨਹੀਂ ਰਹਿ ਸਕਦਾ, ਕੱਲਾ ਰਹਿਣਾ ਵੀ ਸੰਭਵ ਨਹੀਂ ਹੈ। ਤਾਲਿਬਾਨ ਵੀ ਅਗਰ ਦੇਸ਼ ਵੀ ਬਣਾਏਗਾ, ਉਹਨੂੰ ਵੀ ਆਪਣੇ ਦੇਸ਼ ਕੋਈ ਮਦਦ ਲਈ ਚਾਹੀਦੇ ਹੋਣੇ ਆ। ਚਾਹੇ ਪਹਿਲਾਂ ਸੀਰੀਆ ਨੇ ਵੀ ਮਦਦ ਕੀਤੀ ਸੀ, ਪੈਲਸਤੀਨ ਨੇ ਵੀ ਕਿਹਾ ਸੀ ਇਹਨਾਂ ਦੀ ਮਦਦ ਦੇਣ ਲਈ, ਰਸ਼ੀਆ ਨੇ ਵੀ ਕਿਹਾ ਸੀ ਅਸੀਂ ਇਹਨੂੰ ਐਗਰੀ ਕਰਾਂਗੇ, ਚੀਨ ਨੇ ਵੀ ਕਿਹਾ ਸੀ, ਪਾਕਿਸਤਾਨ ਨੇ ਵੀ ਕਿਹਾ ਸੀ, ਈਰਾਨ ਨੇ ਨਹੀਂ ਕਿਹਾ। ਇਹਨਾਂ ਕੰਟਰੀਆਂ ਜੇ 6-7 ਕੰਟਰੀ ਹੈ ਉਹ ਇਹਨੂੰ ਰੈਕੋਗਨੀਸ਼ਨ ਦੇਣ ਲਈ ਤਿਆਰ ਸੀ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਛੇਤੀ ਉਹਨਾਂ ਨੂੰ ਰੈਕੋਗਨੀਸ਼ਨ ਦੇਗਾ। ਪਾਕਿਸਤਾਨ ਵੀ ਨਹੀਂ ਦੇਗਾ ਇੰਨੀ ਛੇਤੀ ਰੈਕੋਗਨੀਸ਼ਨ। ਡਾਕਟਰ ਸਾਹਿਬ, ਸਮਾਂ ਬੜੀ ਤੇਜ਼ੀ ਨਾਲ ਬੀਤ ਰਿਹਾ ਤੇ ਤੁਹਾਡੇ ਕੋਲੋਂ ਇੰਨਾ ਗਿਆਨ ਦੀਆਂ ਗੱਲਾਂ ਸੁਣਨ ਨੂੰ ਦਿਲ ਕਰਦਾ ਹੈ ਤੇ ਦੁਬਾਰਾ ਤੁਹਾਨੂੰ ਕਿਸੇ ਵੇਲੇ ਖੇਚਲ ਦਿਆਂਗੇ। ਸਮਾਂ ਆਪਣਾ ਸਮਾਪਤੀ ਵੱਲ ਵੱਧ ਰਿਹਾ, ਕੋਈ ਆਪਣਾ ਆਖਰੀ ਸੁਨੇਹਾ ਸਾਂਝਾ ਕਰੋ ਸਾਡੇ ਨਾਲ। ਮੈਂ ਇਹ ਕਹਿਣਾ ਚਾਹਾਂਗਾ ਕਿ ਭਾਰਤੀਆਂ ਨੂੰ ਖਾਸ ਕਰਕੇ ਆਪਣਾ ਜੋ ਹੈ, ਜੋ ਜੜ ਹੈ, ਉਹ ਸਾਡੀ ਜਿਵੇਂ ਸਿੱਖਾਂ ਦੀ ਸਿੱਖੀ ਦੇ ਵਿੱਚ ਹੈ, ਉਹਨੂੰ ਕਾਇਮ ਜ਼ਰੂਰ ਰੱਖਣਾ ਹੈ, ਲੇਕਿਨ ਨਾਲ ਦੀ ਨਾਲ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ। ਮੈਂ ਸਿੱਖ ਵੀਰਾਂ ਨੂੰ ਇਹ ਕਹਾਂਗਾ ਕਿ ਦੇਖੋ ਗੁਰਦੁਆਰੇ ਸਾਹਿਬ ਵੀ ਨਹੀਂ ਛੱਡਣੇ, ਲੇਕਿਨ ਔਰਤਾਂ ਬੱਚਿਆਂ ਨੂੰ ਜ਼ਰੂਰ ਪਿੱਛੇ ਭੇਜ ਦਿਓ, ਔਰ ਬੰਦਿਆਂ ਨੂੰ ਤੰਗ ਜ਼ਰੂਰ ਕਰਨਗੇ, ਨੁਕਸਾਨ ਨਹੀਂ ਕਰਨਗੇ। ਇਹ ਵੀ ਯਾਦ ਰੱਖ ਲਓ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਫਿਊਚਰ ਜੋ ਹੈ ਉਹ ਇੰਡੀਆ ਦੇ ਨਾਲ ਵਿਗਾੜ ਨਹੀਂ ਸਕਦੇ। ਤਾਂ ਉੱਥੇ ਜੋ ਉਹਨਾਂ ਨੇ ਫੈਸਲਾ ਲਿਆ ਹੈ ਕਿ ਅਸੀਂ ਇੱਥੇ ਰਵਾਂਗੇ, 5-6 ਉੱਥੇ ਕਰਤੇ ਪ੍ਰਵਾਨ ਦੇ ਵਿੱਚ, ਫਿਰ ਕੋਈ ਜਲਾਲਾਬਾਦ ਦੇ ਵਿੱਚ ਰਹਿ ਰਹੇ ਨੇ, ਉਹਨਾਂ ਨੂੰ ਕੋਈ ਖਤਰਾ ਨਹੀਂ ਹੋਣਾ, ਬੇਡਰ ਹੋ ਕੇ ਉੱਥੇ ਰਹਿਣ, ਲੇਕਿਨ ਆਪਣੇ ਪਰਿਵਾਰ ਨੂੰ ਜ਼ਰੂਰ ਵਾਪਸ ਭੇਜ ਦੇਣ, ਉਹਨਾਂ ਨੂੰ ਉੱਥੇ ਨਾ ਰੱਖਣ, ਕਿਉਂ ਕਿ ਇਹ ਤਾਲਿਬਾਨਾਂ ਦੀ ਨੀਤ ਠੀਕ ਨਹੀਂ ਹੈ। ਔਰ ਬਾਕੀ ਦੇਖਣ, ਵਾਚ ਕਰਨ, ਸਮਾਂ ਦੇਖਣ, ਤੇਲ ਦੇਖਣ, ਤੇਲ ਦੀ ਧਾਰ ਦੇਖਣ, ਜੇ ਕੁਛ ਸੁਧਰੇ ਔਰ ਇਹਨਾਂ ਨੇ ਘੱਟ ਗਿਣਤੀਆਂ ਨੂੰ ਉਤਸ਼ਾਹਿਤ ਕੀਤਾ ਤਾਂ ਜ਼ਰੂਰ ਆਪਣੇ ਜੋ ਕਿੱਤੇ ਆ ਦੁਬਾਰਾ ਸੰਭਾਲ ਲੈਣ, ਨਹੀਂ ਫਿਰ ਉੱਥੋਂ ਅਲਵਿਦਾ ਹੀ ਸਮਝਣ। ਡਾਕਟਰ ਦਲਵਿੰਦਰ ਸਿੰਘ ਗਰੇਵਾਲ ਜੀ, ਤੁਸੀਂ ਬਹੁਤ ਕੀਮਤੀ ਸਮਾਂ ਦੇ ਕੇ ਸਾਡੇ ਨਾਲ ਬਹੁਮੁੱਲੀਆਂ ਗੱਲਾਂ, ਸਾਨੂੰ ਰਿਲੀਜੀਓ ਔਰ ਜੀਓ ਪੋਲਿਟਿਕਸ ਦੇ ਸੰਬੰਧ ਵਿੱਚ ਵੀ ਤੁਸੀਂ ਵਿਸਥਾਰ ਦੇ ਵਿੱਚ ਸਾਨੂੰ ਜਾਣਕਾਰੀ ਦਿੱਤੀ ਹੈ ਤੇ ਅਸੀਂ ਆਸ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕੋਲੋਂ ਫਿਰ ਦੁਬਾਰਾ ਜਾਣਕਾਰੀ ਲਵਾਂਗੇ। ਪੁਕਾਰ ਟੀਵੀ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਪੁਕਾਰ ਟੀਵੀ ਦੇ ਦਰਸ਼ਕਾਂ ਦਾ ਧੰਨਵਾਦ, ਜਿਨ੍ਹਾਂ ਨੂੰ ਆਪ ਕੋਲੋਂ ਇਹ ਵੱਡਮੁੱਲੀਆਂ ਗੱਲਾਂ ਸੁਣ ਲਈ ਗਿਆਨ ਪ੍ਰਾਪਤ ਹੋਇਆ। ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਜੀ। ਆਸ ਕਰਦੇ ਹਾਂ ਕਿ ਤੁਸੀਂ ਦੁਬਾਰਾ ਸਾਨੂੰ ਸਮਾਂ ਦਿਓਗੇ।